अस्सलाम वालेकुम या साहिबुल असर व ज़मान व फ़िज़ान मुर्शद अब्द हैदर 100% ਜਨਤੀ ਤੇ ਇੱਧਰ ਕਹਿੰਦੇ ਨੇ ਕਿ ਪਤਾ ਨਹੀਂ ਕੀ ਬਣੇਗਾ। ਲਿਹਾਜ਼ਾ ਮੈਂ ਲਾਇਸੈਂਸ ਨਹੀਂ ਦੇ ਰਿਹਾ ਕਿਸੇ ਨੂੰ ਵੀ, ਜਿਹਨੇ ਦਿੱਤਾ ਉਹਨੇ ਤਾਂ ਦਿੱਤਾ ਹੀ ਦਿੱਤਾ ਹੈ। ਹੁਣ ਇਹ ਵੀਡੀਓ ਹੈ ਕਿ ਇੱਕ ਸਾਈਡ ਤੇ ਮੁਤਮਿਨ ਜਨਤੀ ਨੇ ਜਿਹੜੇ ਆਪਣੇ ਆਪ ਨੂੰ ਮੁਤਮਇਨ ਜਨਤੀ ਮੰਨਦੇ ਨੇ, ਇੱਕ ਸਾਈਡ ਤੇ ਉਹ ਨੇ ਜਿਹੜੇ ਆਪਣੇ ਆਪ ਨੂੰ ਸ਼ੱਕ ਵਿੱਚ ਨੇ ਕਿ ਪਤਾ ਨਹੀਂ ਜੰਨਤ ਮਿਲੇਗੀ, ਕੀ ਬਣੇਗਾ, ਹਮਾਰਾ ਕਿਆ ਹੋਗਾ। ਇੱਕ ਸਾਈਡ ਤੇ ਉਹ ਬੰਦੇ ਨੇ, ਠੀਕ ਹੈ। ਇਹਨਾਂ ਦੀਆਂ ਨਮਾਜ਼ਾਂ ਅਰੂਜ ਤੇ ਨੇ ਪਰ ਸ਼ੱਕ 'ਚ ਨੇ, ਇਹ ਨਮਾਜ਼ ਪੜ੍ਹਦੇ ਹੀ ਨਹੀਂ ਵਿਚਾਰੇ। ਇਹਨਾਂ 'ਚ ਸਾਰੇ ਇੱਕ ਜੈਸੇ ਨਹੀਂ ਹੈ, ਮੈਂ ਪਹਿਲੇ ਦੱਸਾਂ ਸਾਰੇ ਇੱਕ ਜੈਸੇ ਨਹੀਂ ਹੈ, ਇਹਨਾਂ 'ਚ ਬਹੁਤ ਸਾਰੇ ਅੱਛੇ ਲੋਕ ਵੀ ਨੇ, ਲੇਕਿਨ ਜ਼ਿਆਦਾਤਰ ਤਾਦਾਦ ਇਹਨਾਂ ਦੀ ਇਸ ਤਰ੍ਹਾਂ ਦੀ ਮਿਲਦੀ ਗੁਨੇਗਾਰਾਂ ਦੀ। ਤੇ ਜਿਹੜੇ ਇਹ ਨੇ ਇਹਨਾਂ ਦੀ ਜ਼ਿਆਦਾ ਤਾਦਾਦ ਜਿਹੜੀ ਹੈ ਇਬਾਦਤ ਗੁਜ਼ਾਰਾਂ ਵਿੱਚ ਮਿਲਦੀ ਹੈ, ਠੀਕ ਹੈ। ਨਮਾਜ਼ ਹੈ ਪੜ੍ਹਦੇ ਹੀ ਕੋਈ ਨਹੀਂ, ਇੱਧਰ ਅਰੂਜ ਤੇ ਹੈ, ਇੱਧਰ ਹਕੂਕਲ ਇਬਾਦ ਦੇ ਪਾਬੰਦ ਨੇ। ਮਤਲਬ ਹਕੂਕਲ ਜਿਹੜੇ ਆਲੇ ਰਸੂਲ ਦਾ ਹੱਕ ਅਦਾ ਨਹੀਂ ਕਰਦੇ, ਉਹ ਬਾਕੀ ਕਿਹੜੇ ਹਕੂਕ ਅਦਾ ਕਰਨਗੇ। ਬਾਕੀ ਆਪਣੇ ਵੱਲੋਂ ਜਿਹੜੀ ਦੁਨੀਆ ਸਮਝਦੀ ਪਈ ਨਾ ਹਕੂਕਲ ਇਬਾਦ, ਉਹਦੇ ਪਾਬੰਦ ਨੇ। ਤੇ ਜਿਹੜੇ ਇੱਧਰ ਨੇ ਉਧਰ ਚੋਰ ਸ਼ਰਾਬੀ ਫਰੇਬੀ ਹੋਰ ਵੀ ਧੋਖੇਬਾਜ਼ ਜੇਬ ਕਤਰੇ ਸਾਰਾ ਕੁਝ ਮਿਲਦਾ ਹੈ, ਲੇਕਿਨ ਮੁਤਮਿਨ ਨੇ। ਇੱਧਰ ਹਾਫਜ਼ੇ ਕੁਰਾਨ ਨੇ, ਤਲਾਵਤ ਸੁਣਨ ਵਾਲੇ ਲੋਕ ਨੇ, ਇੱਧਰ ਗਾਣੇ ਗੁਣੇ ਸਭ ਕੁਝ ਜੋ ਆਏ ਸੁਣੀ ਜਾਂਦੇ ਨੇ, ਜਾਇਜ਼ ਹੈ ਭਾਵੇਂ ਕੁਛ ਵੀ ਹੋਵੇ। ਇੱਧਰ ਰੋਜ਼ੇਦਾਰ ਵੀ ਮਿਲਣਗੇ, ਇੱਥੇ ਰੋਜ਼ਾ ਰੱਖਦੇ ਹੀ ਕੋਈ ਨਹੀਂ। ਇੱਥੇ ਇਸਲਾਮੀ ਤਰਸ ਤੇ ਜ਼ਿੰਦਗੀ ਗੁਜ਼ਾਰਦੇ ਨੇ, ਪਰਦੇ ਨਾਲ, ਗਿੱਟਿਆਂ ਤੋਂ ਉੱਤੇ ਸਲਵਾਰ, ਠੀਕ ਹੈ, ਯਾਨੀ ਕਿ ਇਸਲਾਮੀ ਤਰਸ ਤੇ, ਯਾਨੀ ਕਿ ਦਾੜੀ ਰੱਖਣੀ ਹੈ, ਪੂਰਾ ਹੁਲੀਆ ਹੋ ਜਾ ਬਣਾਉਣਾ ਹੈ। ਇੱਧਰ ਮਨਪਸੰਦ ਜ਼ਿੰਦਗੀ ਗੁਜ਼ਾਰਦੇ ਨੇ, ਜਿਵੇਂ ਦਿਲ ਆਉਂਦਾ, ਜੋ ਦਿਲ ਆਉਂਦਾ ਉਹ ਕਰਦੇ ਨੇ, ਠੀਕ ਹੈ। ਇਹਨਾਂ ਦੀ ਜ਼ਿੰਦਗੀ ਇਬਾਦਤ ਤੋਂ ਭਰਪੂਰ ਤੇ ਇਹਨਾਂ ਦੀ ਜ਼ਿੰਦਗੀ ਗੁਨਾਹ ਤੋਂ ਭਰਪੂਰ। ਜੋ ਜ਼ਮਾਨੇ ਦਾ ਗੁਨਾਹ ਇੱਧਰ ਮਿਲੇਗਾ, ਜੋ ਫਰੇਬ ਧੋਖਾ ਫਰਾਡ ਇੱਥੇ ਮਿਲੇਗੀ। ਇਹ ਵਿਚਾਰੇ ਸ਼ੱਕ ਮਸ਼ਕੂਕ ਨੇ ਕਿ ਪਤਾ ਨਹੀਂ ਕਿਆ ਹੋਗਾ, ਇਹ ਆਂਦੇ ਗੱਲ ਹੀ ਕੋਈ ਨਹੀਂ। ਇਹ ਵਜ੍ਹਾ ਕੀ? ਅਕੀਦਾ ਥੋੜਾ ਡਿਸਕਸ ਕਰਦੇ ਹਾਂ। ਇਹ ਕਹਿੰਦੇ ਨੇ ਪਤਾ ਨਹੀਂ ਜੰਨਤ ਮਿਲੇਗੀ ਕਿ ਨਹੀਂ, ਇਹ ਕਹਿੰਦੇ ਨੇ ਜੰਨਤ ਹੈ ਹੀ ਸਾਡੀ, ਉਹਨੇ ਹੋਰ ਕਿੱਥੇ ਜਾਣਾ ਹੈ। ਪਰ ਇਹ ਵੀ ਕਿਸੇ ਗੱਲ ਤੇ ਹੀ ਕਹਿੰਦੇ ਪਏ ਨੇ, ਉਹ ਮੈਂ ਤੁਹਾਨੂੰ ਅੱਗੇ ਹਦੀਸਾਂ ਪੇਸ਼ ਕਰਦਾ ਉਹ ਕੀ ਵਜ੍ਹਾ ਨੇ ਤੇ ਇੱਧਰ ਕੀ ਵਜ੍ਹਾ ਹੈ, ਇਹ ਸ਼ੱਕ ਆ ਪੈਦਾ ਕਿਉਂ ਹੋ ਗਿਆ। ਇਹਨਾਂ ਦਾ ਕੁਛ ਅਕੀਦਾ ਹੈ ਕਿ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਤੋਂ ਅਫਜ਼ਲ ਜਿਹੜੇ ਸਹਾਬਾ ਨੇ, ਇਹਨਾਂ ਦਾ ਅਕੀਦਾ ਹੈ। ਤੇ ਜਦ ਕਿ ਇਹਨਾਂ ਦਾ ਅਕੀਦਾ ਇਹ ਹੈ ਗੁਨੇਗਾਰ, ਇਹ ਕਹਿੰਦੇ ਕਿ ਸਹਾਬਾ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਨੌਕਰ ਨੇ, ਗੁਲਾਮ ਨੇ, ਉਹ ਅਫਜ਼ਲ ਨਹੀਂ ਹੈ। ਦੂਸਰਾ ਉਹ ਕਹਿੰਦੇ ਨੇ ਕਿ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਦੁਸ਼ਮਣ ਵੀ ਹੱਕ ਤੇ ਨੇ, ਜਿਹੜੇ ਇਹ ਨੇ, ਠੀਕ ਹੈ। ਤੇ ਦੂਸਰਾ ਇਹ ਕਹਿੰਦੇ ਨੇ ਕਿ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜੇ ਦੁਸ਼ਮਣ ਨੇ ਉਹ ਲਾਨਤੀ ਨੇ, ਉਹ ਸਹੀ ਨਹੀਂ ਹੋ ਸਕਦੇ। ਇਹਨਾਂ ਦਾ ਅਕੀਦਾ ਕਿ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜਾ ਦੀਨ ਹੈ ਨਾ, ਇਹਨਾਂ ਨੇ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਦੁਸ਼ਮਣਾਂ ਤੋਂ ਲਿਆ ਹੋਇਆ। ਜਦ ਕਿ ਇਹਨਾਂ ਕੋਲ ਜਿੰਨਾ ਕੁ ਵੀ ਦੀਨ ਹੈ ਨਾ, ਬਸ ਜਿੰਨਾ ਕੁ ਵੀ ਦੀਨ ਹੈ ਉਹ ਆਲੇ ਰਸੂਲ ਤੋਂ ਹੀ ਲਿਆ ਗਿਆ। ਹੁਣ ਗੱਲ ਕੀ ਆਈ ਕਿ ਇਹ ਦੁਸ਼ਮਣ ਕਿਉਂ, ਜਿਹੜਾ ਆਲੇ ਬਈ ਦੇਖੋ ਜੀ, ਜਿਹੜਾ ਆਲੇ ਰਸੂਲ ਦੇ ਮੁਕਾਬਲੇ ਤੇ ਆ ਕੇ ਆਪਣੇ ਕੋਲੋਂ ਦੀਨ ਦੇਣਾ ਸ਼ੁਰੂ ਕਰ ਦੇਵੇ, ਉਹ ਦੁਸ਼ਮਣ ਹੀ ਹੁੰਦਾ ਹੈ, ਉਹ ਸੱਜਣ ਨਹੀਂ ਹੁੰਦਾ, ਠੀਕ ਹੈ। ਤੇ ਉਹ ਦੁਸ਼ਮਣ ਹੀ ਹੁੰਦਾ ਹੈ। ਅੱਛਾ, ਹੁਣ ਅੱਲਾਹ ਪਾਕ ਕੁਰਾਨ ਪਾਕ ਦੇ ਵਿੱਚ ਕੁਝ ਫਰਮਾਂਦਾ ਹੈ, ਅੱਲਾਹ ਕੁਛ ਲੋਕਾਂ ਦੇ ਅਮਾਲ ਜ਼ਾਇਆ ਕਰ ਦੇਗਾ। ਅਮਾਲ ਇਹ ਤੇ ਹੈ ਹੀ ਗੁਨੇਗਾਰ, ਇਹਨਾਂ ਦੇ ਤਾਂ ਅਮਾਲ ਹੀ ਕੋਈ ਨਹੀਂ, ਇਹ ਜ਼ਾਇਆ ਕੀ ਕੀਤੇ ਹੋਣਗੇ। ਇਹ ਡਰ ਤੇ ਉਹਨੂੰ ਪਏਗਾ ਨਾ ਜਿਹਨੇ ਸਾਰੀ ਉਮਰ ਇਬਾਦਤਾਂ ਕੀਤੀਆਂ ਨੇ, ਡਰ ਤੇ ਉਹਨੂੰ ਹੀ ਪਏਗਾ, ਠੀਕ ਹੈ। ਫਿਰ ਅੱਲਾਹ ਪਾਕ ਕੁਰਾਨ ਪਾਕ ਫਰਮਾਂਦਾ ਹੈ, ਇਹ ਆਇਤ ਨੰਬਰ ਸੂਰਤ ਫੁਰਕਾਨ ਦੀ 23 ਹੈ, ਇਹ ਆਇਤ ਨੰਬਰ 70 ਹੈ, ਕਿ ਕੁਛ ਲੋਕਾਂ ਦੇ ਗੁਨਾਹਾਂ ਨੂੰ ਅੱਲਾਹ ਨੇਕੀਆਂ ਵਿੱਚ ਬਦਲ ਦੇਗਾ। ਹੁਣ ਇਹਨਾਂ ਤੇ ਵਿਚਾਰਿਆਂ ਨੇ ਗੁਨਾਹ ਕੀਤਾ ਹੀ ਕੋਈ ਨਹੀਂ, ਇਹਨਾਂ ਦੇ ਕਿਹੜੇ ਗੁਨਾਹ ਬਦਲਣ ਲੱਗੇ ਨੇਕੀਆਂ ਦੇ ਵਿੱਚ। ਇਹ ਹੀ ਸਾਡੇ ਕੋਲ ਆਪਸ਼ਨ ਬਚਦੀ, ਵੈਸੇ ਤੇ ਇਹ ਹੀ ਸਾਡੇ ਕੋਲ ਆਪਸ਼ਨ ਬਚਦੀ ਕਿ ਇਹਨਾਂ ਦੇ ਗੁਨਾਹ ਸ਼ਾਇਦ ਨੇਕੀਆਂ 'ਚ ਬਦਲ ਜਾਣ, ਸ਼ਾਇਦ ਬਦਲ ਜਾਣ, ਅੱਲਾਹ ਬਿਹਤਰ ਜਾਣਦਾ ਨਾ, ਸਾਨੂੰ ਕੀ ਪਤਾ। ਹੁਣ ਕੁਰਾਨ ਪਾਕ ਦੀ ਆਇਤ ਵੀ ਮੌਜੂਦ ਹੈ, ਅੱਲਾਹ ਪਾਕ ਕੁਛ ਲੋਕਾਂ ਦੇ ਅਮਾਲ ਜ਼ਾਇਆ ਕਰ ਦੇਗਾ, ਜਿਹੜਾ ਉਹ ਹੱਜ ਨਮਾਜ਼ ਰੋਜ਼ੇ ਜ਼ਕਾਤਾਂ ਜੋ ਕੀਤਾ ਹੋਏਗਾ ਨਾ, ਸਭ ਜ਼ਾਇਆ, ਠੀਕ ਹੈ। ਕੁਛ ਲੋਕਾਂ ਦੇ ਗੁਨਾਹਾਂ ਨੂੰ ਨੇਕੀਆਂ ਵਿੱਚ ਬਦਲ ਦੇਗਾ। ਕਮਾਲ ਨਹੀਂ ਹੋ ਗਿਆ? ਵਜ੍ਹਾ ਕੀ ਹੈ? ਇਹਨਾਂ ਦੇ ਕੋਲ ਇੱਕ ਚੀਜ਼ ਜਿਹੜੀ ਮਿਲੀ ਉਹ ਕੀ ਹੈ ਕਿ ਇਹਨਾਂ ਕੋਲ ਅਲੀ ਦੀ ਮੁਹੱਬਤ ਸੀ, ਅਲੀ ਦੇ ਦੁਸ਼ਮਣਾਂ ਨਾਲ ਨਫ਼ਰਤ ਸੀ ਇਹਨਾਂ ਨੂੰ। ਜਦ ਕਿ ਜਿਹੜੇ ਇੱਧਰ ਸੀ ਨਾ, ਇਹਨਾਂ ਦੇ ਕੋਲ ਅਲੀ ਦੇ ਦੁਸ਼ਮਣ ਵੀ ਜਿਹੜੇ ਨਾ ਉਹ ਵੀ ਮੁਹੱਬਤ ਵਾਲੇ ਸਨ। ਇਹਨਾਂ ਦੇ ਕਹਿੰਦੇ ਨਹੀਂ ਸਾਨੂੰ ਅਲੀ ਨਾਲ ਵੀ ਮੁਹੱਬਤ ਹੈ, ਪਰ ਉਹਦੇ ਦੁਸ਼ਮਣਾਂ ਨਾਲ ਵੀ ਮੁਹੱਬਤ ਹੈ। ਅਲੀ ਵੀ ਠੀਕ ਹੈ, ਉਹਦੇ ਦੁਸ਼ਮਣ ਵੀ ਹੱਕ ਤੇ ਉਹਨੇ। ਇੱਧਰ ਇਹ ਅਕੀਦਾ ਮਿਲਿਆ, ਠੀਕ ਹੈ। ਵੈਸੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ, ਅਲੀ ਦੀ ਮੁਹੱਬਤ ਗੁਨਾਹਾਂ ਨੂੰ ਐਵੇਂ ਖਾ ਜਾਂਦੀ ਜਿਵੇਂ ਅੱਗ ਲੱਕੜੀ ਨੂੰ। ਗਦੀਰ ਖੂਮੀ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ, ਅਲੀ ਦਾ ਦੁਸ਼ਮਣ ਮੇਰਾ ਦੁਸ਼ਮਣ ਅੱਲਾਹ ਦਾ ਦੁਸ਼ਮਣ, ਅਲੀ ਦਾ ਦੋਸਤ ਮੇਰਾ ਦੋਸਤ ਅੱਲਾਹ ਦਾ ਦੋਸਤ। ਗੱਲ ਫਰਮਾਇਆ ਅਲੀ ਨਾਲ ਬੁਗਜ਼ ਰੱਖੇਗਾ ਤਾਂ ਸਿਰਫ ਹਰਾਮੀ, ਅਲੀ ਨਾਲ ਮੁਹੱਬਤ ਕਰੇਗਾ ਤਾਂ ਸਿਰਫ ਹਲਾਲੀ। ਪਤਾ ਲੱਗਾ ਗੱਲ ਦਾ ਜੀ। ਹੁਣ ਮੈਨੂੰ ਇੱਕ ਗੱਲ ਸਮਝਾਓ, ਇਹ ਇਬਾਦਤ ਵਾਲੇ ਨੇ, ਇੰਨੀ ਇਬਾਦਤ ਦੇ ਬਾਵਜੂਦ ਸ਼ੱਕ 'ਚ ਕਿਉਂ ਨੇ ਕਿ ਜੰਨਤ ਮਿਲੇਗੀ ਕਿ ਨਹੀਂ ਮਿਲੇਗੀ, ਮਿਲੇਗੀ ਕਿ ਨਹੀਂ ਮਿਲੇਗੀ। ਜਦ ਕਿ ਗੁਨੇਗਾਰ
ਹੋਣ ਦੇ ਬਾਵਜੂਦ ਮੁਤਮਈਨ ਨੇ ਕਿ ਜੰਨਤ ਹੈ ਹੀ ਸਾਡੀ, ਜੰਨਤ ਹੈ ਹੀ ਸਾਡੀ। ਵੈਸੇ ਆਪਣੀ ਇਮਾਨਦਾਰੀ ਨਾਲ ਦੱਸਣਾ, ਮੈਂ ਇਹਨਾਂ ਵਿਚਾਰਿਆਂ ਨਾਲ ਤਾਂ ਮੇਰੀ ਗੱਲ ਹੀ ਕੋਈ ਨਹੀਂ ਹੈ, ਤੇ ਵਿਚਾਰੇ ਨੇ ਨਾ, ਇਹ ਤੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ। ਜਿੰਨੇ ਵੀ ਮੌਲਾ ਅਲੀ ਦੇ ਚਾਹਣ ਵਾਲੇ ਨੇ, ਜਿੰਨੇ ਵੀ ਮੌਲਾ ਅਲੀ ਦੇ ਚਾਹਣ ਵਾਲੇ ਨੇ, ਕਿਆ ਕਦੀ ਹੋਇਆ ਕਿ ਸਾਨੂੰ ਜੰਨਤ ਮਿਲੇਗੀ ਕਿ ਨਹੀਂ ਮਿਲੇਗੀ? ਕਦੀ ਦਿਲ 'ਚ ਖਿਆਲ ਆਇਆ? ਓਏ ਅੱਲਾ ਦੇ ਬੰਦੇ, ਅਲੀ ਵਾਲੇ ਤੇ ਜੰਨਤ ਨੂੰ ਉਹ ਸਮਝਦੇ ਹੀ ਕੁਛ ਨਹੀਂ। ਉਹ ਕਹਿੰਦੇ ਅਸੀਂ ਸਭ ਕੁਛ ਕਰਕੇ ਵੀ ਜੰਨਤੀ ਹਾਂ। ਉਹਦੀ ਦਲੀਲ ਹੈ, ਫਰਮਾਇਆ ਅਲੀ ਦੀ ਮੁਹੱਬਤ ਗੁਨਾਹਾਂ ਨੂੰ ਐਵੇਂ ਖਾ ਜਾਂਦੀ ਜਿਵੇਂ ਅੱਗ ਲੱਕੜੀ ਨੂੰ। ਕਿਸੇ ਨੇ ਪੁੱਛਿਆ ਮਾਸੂਮ ਨੂੰ ਕਿ ਮੌਲਾ ਕਿਆ ਗੁਨਹਗਾਰ ਮੁਹੱਬ ਵੀ ਜੰਨਤ 'ਚ ਜਾਏਗਾ? ਉਹਨੇ ਤਾਂ ਤੋਬਾ ਹੀ ਨਹੀਂ ਕੀਤੀ। ਅਸੀਂ ਵੇਖਿਆ ਉਹਨੇ ਤਾਂ ਤੋਬਾ ਹੀ ਨਹੀਂ ਕੀਤੀ, ਸਾਰੀ ਉਮਰ ਗੁਨਾਹਾਂ ਤੇ ਗੁਜ਼ਾਰੀ। ਮੌਲਾ ਨੇ ਫਰਮਾਇਆ ਮੋਮਨ ਉਨੀ ਦੇਰ ਮੌਤ ਹੀ ਨਹੀਂ ਆਉਂਦੀ ਜਿੰਨੀ ਦੇਰ ਤੋਬਾ ਨਾ ਕਰ ਲਵੇ। ਮੋਮਿਨ ਦੇ ਵਾਸਤੇ ਤਾਂ ਫਰਿਸ਼ਤੇ ਵੀ ਮਗਫਿਰਤ ਦੀ ਦੁਆ ਕਰਦੇ ਨੇ। ਤੇ ਵੈਸੇ ਵੀ ਅੱਲਾਹ ਪਾਕ ਅਲੀ ਦੀ ਮੁਹੱਬਤ ਦੇ ਵਿੱਚ ਗੁਨਾਹ ਲਿਖਦਾ ਹੀ ਕੋਈ ਨਹੀਂ। ਅਲੀ ਦੀ ਮੁਹੱਬਤ ਗੁਨਾਹਾਂ ਨੂੰ ਐਵੇਂ ਖਾ ਜਾਂਦੀ ਜਿਵੇਂ ਅੱਗ ਲੱਕੜ ਨੂੰ ਖਾਂਦੀ ਹੈ। ਤੇ ਗੱਲ ਸਮਝ ਆਈ ਜੇ? ਠੀਕ ਹੈ। ਉਹ ਇੰਨੇ ਗੁਨਾਹਾਂ ਦੇ ਬਾਵਜੂਦ ਮੁਤਮਈਨ ਨੇ ਕਿ ਜੰਨਤੀ ਆ, ਇੰਨੀ ਇਬਾਦਤ ਕਰਕੇ ਵੀ ਮੁਤਮਈਨ ਨਹੀਂ। ਫਿਰ ਅੱਲਾਹ ਪਾਕ ਨੇ ਫਰਮਾ ਵੀ ਦਿੱਤਾ ਨਾ ਕਿ ਕੁਛ ਲੋਕਾਂ ਦੇ ਗੁਨਾਹਾਂ ਨੂੰ ਅੱਲਾਹ ਨੇਕੀਆਂ ਦੇ ਵਿੱਚ ਬਦਲ ਦੇਗਾ। ਗੱਲ ਸਮਝ ਆਈ ਜੇ? ਵਜ੍ਹਾ ਕੀ ਹੈ? ਅਲੀ। ਵਜ੍ਹਾ ਕੀ ਹੈ? ਅਲੀ। ਅਲੀ ਦੀ ਮੁਹੱਬਤ, ਉਹਦੇ ਦੁਸ਼ਮਣਾਂ ਨਾਲ ਨਫ਼ਰਤ। ਤੇ ਮੈਨੂੰ ਪੱਕੀ ਗੱਲ ਹੈ ਕਿ ਜਿਹੜੇ ਇਹ ਵਿਚਾਰੇ ਇਬਾਦਤ ਗੁਜ਼ਾਰ ਨੇ ਨਾ, ਇਹ ਕੋਈ ਕਨਫਰਮ ਨਹੀਂ ਕਹਿ ਸਕਦਾ ਕਿ ਮੈਂ ਜੰਨਤੀ ਹਾਂ, ਕਨਫਰਮ ਨਹੀਂ ਕਹਿ ਸਕਦਾ। ਜਦ ਕਿ ਆ ਜਿਹੜੇ ਗੁਨਹਗਾਰ ਨੇ ਨਾ, ਇਹ ਮੈਂ ਮੋਹਰ ਲਾ ਕੇ ਦੇਣ ਨੂੰ ਤਿਆਰ ਹਾਂ। ਉਹ ਕਹਿੰਦੇ ਨੇ ਉਹ ਜੰਨਤ ਤੇ ਬਹਿਲੋਲ ਆਪਣੇ ਕਦਮਾਂ ਤੇ ਬਣਾ ਦਿੰਦਾ ਯਾਰ। ਠੀਕ ਹੈ। ਉਹ ਅੱਲਾਹ ਪਾਕ ਨੇ ਫਰਮਾਇਆ ਨਹੀਂ ਕਿ ਅੱਲਾਹ ਜਹੰਨਮ ਨੂੰ ਖਲਕ ਹੀ ਨਾ ਕਰਦਾ। ਅਗਰ ਸਾਰੇ ਲੋਕ ਅਲੀ ਦੀ ਮੁਹੱਬਤ ਤੇ ਜਮ੍ਹਾਂ ਹੋ ਜਾਂਦੇ ਤੇ ਅੱਲਾਹ ਜਹੰਨਮ ਨੂੰ ਖਲਕ ਹੀ ਨਾ ਕਰਦਾ। ਪਤਾ ਲੱਗਾ ਜਹੰਨਮ ਦਾ ਤਾਲੁਕ ਹੀ ਅਲੀ ਨਾਲ ਬੁਗਜ਼ ਸੀ। ਹੁਣ ਕੋਈ ਇਹ ਨਾ ਕਹੇ ਮੈਂ ਅਲੀ ਨੂੰ ਵੀ ਮੰਨਦਾ ਵਾਂ, ਪਰ ਜਿੱਥੇ ਉਹਦੇ ਦੁਸ਼ਮਣਾਂ ਨੂੰ ਹੱਕ ਮੰਨਿਆ ਨਾ, ਉੱਥੇ ਅਲੀ ਨਾਲ ਦੁਸ਼ਮਣੀ ਆ ਗਈ। ਫਰਮਾਨ ਨਹੀਂ ਹੈਗਾ ਕਿ ਤੁਹਾਡਾ ਦੋਸਤ, ਤੁਹਾਡੇ ਦੋਸਤ ਦਾ ਦੋਸਤ ਤੁਹਾਡਾ ਦੋਸਤ ਹੈ, ਤੁਹਾਡੇ ਦੁਸ਼ਮਣ ਦਾ ਦੋਸਤ ਜਿਹੜਾ ਤੁਹਾਡਾ ਹੈ, ਦੁਸ਼ਮਣ ਦਾ ਜਿਹੜਾ ਦੋਸਤ ਹੈ ਉਹ ਵੀ ਤੁਹਾਡਾ ਦੁਸ਼ਮਣ ਹੈ। ਠੀਕ ਹੈ। ਇਸੇ ਤਰ੍ਹਾਂ ਜਿਹੜਾ ਤੁਹਾਡੇ ਦੋਸਤ ਦਾ ਦੁਸ਼ਮਣ ਹੈ ਉਹ ਵੀ ਤੁਹਾਡਾ ਦੁਸ਼ਮਣ ਹੋਣਾ ਚਾਹੀਦਾ। ਮੌਲਾ ਅਲੀ ਦਾ ਦੁਸ਼ਮਣ ਤੁਹਾਡੇ ਦੋਸਤ ਕਿਵੇਂ ਬਣ ਸਕਦੇ ਨੇ? ਠੀਕ ਹੈ। ਗੱਲ ਸਮਝ ਆਈ ਜੇ? ਇੰਨੀਆਂ ਇਬਾਦਤਾਂ ਦੇ ਬਾਵਜੂਦ ਮਸ਼ਕੂਕ ਨੇ ਕਿ ਸ਼ਾਇਦ ਕਿਆ ਬਣੇਗਾ। ਇੱਧਰ 100% ਮੁਤਮਿਨ ਨੇ ਕਿ ਕੋਈ ਗੱਲ ਹੀ ਕੋਈ ਨਹੀਂ। ਉਸ ਤੋਂ ਇਲਾਵਾ ਇਹ ਇਮਾਮ 12 ਨੂੰ ਮੰਨਦੇ ਨੇ ਕਿ ਆਲੇ ਰਸੂਲ ਤੋਂ ਇਲਾਵਾ ਇਮਾਮ ਹੀ ਕੋਈ ਨਹੀਂ। ਜਦਕਿ ਇਹ ਜਿਹੜੇ ਨੇ ਕਹਿੰਦੇ ਨਹੀਂ ਜੀ ਆਲੇ ਰਸੂਲ ਤੋਂ ਇਲਾਵਾ ਵੀ ਇਮਾਮ ਨੇ, ਬਲਕਿ ਆਲੇ ਰਸੂਲ ਦੇ ਇਮਾਮਾਂ ਨੂੰ ਤਾਂ ਮੰਨਦੇ ਹੀ ਨਹੀਂ। ਮੰਨਿਆ ਉਹਨੂੰ ਜਾਂਦਾ ਜਿਹਦੀ ਤਾਲੀਮਾਤ 'ਤੇ ਅਮਲ ਕੀਤਾ ਜਾਵੇ। ਇਹਨਾਂ ਦੇ ਜਿਹੜੇ ਅਕਾਇਦ ਦੇ ਵਿੱਚ ਜਿਹੜੇ ਇਮਾਮ ਨੇ, ਇਮਾਮ ਅਬੂ ਹਨੀਫਾ, ਇਮਾਮ ਸ਼ਾਫੀ, ਇਮਾਮ ਮਾਲਿਕ, ਇਮਾਮ ਹੰਬਲ, ਇਹਨਾਂ ਨੂੰ ਇਮਾਮ ਮੰਨਿਆ ਜਾਂਦਾ ਹੈ। ਜਦਕਿ ਇਹਨਾਂ ਦੇ ਵਿੱਚ ਮੌਲਾ ਅਲੀ ਨੇ, ਇਮਾਮ ਹਸਨ, ਇਮਾਮ ਹੁਸੈਨ, ਜਿਹੜੇ 12ਵੇਂ ਇਮਾਮ, ਇਮਾਮ ਮਹਦੀ, ਠੀਕ ਹੈ, ਸੱਲੱਲਾਹੁ ਅਲੈਹਿ ਵਸੱਲਮ, ਇਹ ਨਾਮ ਆਉਂਦੇ ਨੇ। ਯਾਨੀ ਕਿ ਸਾਰੇ ਸੈਯਦ, ਸਾਰੇ ਆਲੇ ਰਸੂਲ। ਤੇ ਇੱਧਰ ਜਿਹੜੇ ਇਮਾਮ ਆਉਂਦੇ ਨੇ ਸਾਰੇ ਗੈਰ ਸੈਯਦ। ਠੀਕ ਹੈ। ਗੈਰ ਸੈਯਦ ਤੇ ਗੈਰ ਇਮਾਮ, ਲੇਕਿਨ ਇਮਾਮ ਨੇ। ਇਹ ਦੀਨ ਸਾਰੇ ਇਹਨਾਂ ਕੋਲ ਲੈਂਦੇ ਨੇ। ਜੇ 4 ਇਮਾਮ ਮੈਂ ਦੱਸੇ ਨੇ, ਇਹ ਜਿੰਨਾ ਵੀ ਲੈਂਦੇ ਨੇ, ਜਿੰਨਾ ਵੀ ਇਸ ਆਲੇ ਰਸੂਲ ਤੋਂ ਲੈਂਦੇ ਨੇ। ਫਰਕ ਇੰਨਾ ਕੀ ਹੈ ਜਿਹੜਾ ਤੁਹਾਨੂੰ ਸਮਝ ਆ ਗਿਆ ਹੋਏਗਾ। ਅੱਛਾ, YouTube ਦੇ ਉੱਤੇ ਨਾ ਮੇਰੀ ਕੁਛ ਵੀਡੀਓ ਨੇ, ਉਹਨਾਂ ਦਾ ਕੋਈ ਮਿਊਜ਼ਿਕ ਬੰਦ ਹੋ ਜਾਂਦਾ ਹੈ, ਮਤਲਬ ਆਵਾਜ਼ ਬੰਦ ਹੋ ਜਾਂਦੀ ਹੈ, ਜਾਂ ਕੋਈ ਮਸਲਾ ਆ ਜਾਂਦਾ ਹੈ ਜਿਹਦੇ ਥੋੜ੍ਹੀ ਜ਼ਿਆਦਾ ਹੱਕ ਗੱਲ ਬਿਆਨ ਕੀਤੀ ਜਾਵੇ। ਟਿਕਟੋਕ ਵੀ ਉਹ ਬਰਦਾਸ਼ਤ ਨਹੀਂ ਕਰਦਾ, ਲਿਹਾਜ਼ਾ YouTube ਚੈਨਲ 'ਤੇ ਮਿਲ ਜਾਏਗਾ ਤੁਹਾਨੂੰ NQMS। ਠੀਕ ਹੈ। ਉਹ ਵੀਡੀਓ ਉਧਰ ਵੀ ਅਪਲੋਡ ਹੈ, ਉਧਰ ਮਿਲ ਜਾਏਗੀ। ਕਿਉਂਕਿ ਟਿਕਟੋਕ ਨੂੰ ਪਤਾ ਨਹੀਂ ਮੇਰੇ ਨਾਲ ਕੋਈ ਦੁਸ਼ਮਣੀ ਹੈ ਕਿ ਇਹ ਮੇਰੀ ਕੋਈ ਗੰਦੀਆਂ ਵੀਡੀਓ ਤਾਂ ਚਲਾ ਦਿੰਦੀ ਹੈ, ਪਰ ਮੇਰੀਆਂ ਸੱਚੀਆਂ ਗੱਲਾਂ ਨਹੀਂ ਪ੍ਰਮੋਟ ਕਰਦੀ। ਮੈਨੂੰ ਸਮਝ ਨਹੀਂ ਆਉਂਦੀ ਇਹਦੀ। ਬਾਕੀ ਚਲੋ ਕੋਈ ਗੱਲ ਨਹੀਂ। ਓਹੋ, ਬਾਕੀ ਹੁബ്ബੇ ਅਲੀ ਰਹਿਮਤੁल्लाह, बुग़्ज़े अली लानतुल्लाह, बेशुमार।